एह बाणी जो जियों जाने इस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन माने पर तख गुरु निस्तारै बाणी बिरलो विचारसी जे को गुरमुख होए एह बाणी महापुरख की निज कर वासा होए पैरों महला पंजवा सब ते ऊंचा जाका नाम सदा सदा ताके गुण गाओ जिस सिमरत सगला दुख जाए सर्ब सुख वसै मन आए सिमर मना तू साचा सोए हलत पलत तुम्हारी गत होए रहाओ पुरख निरंजन सिरजनहार जी जंत देव आहार कोट खते खिन बख्शन हार भगत पाए सदा निस्तार साचा तन साची वडियाई गुर पूरे ते निहचल मत पाई कर किरपा जिस राखण हारा ताका सगल मिटै अंधियारा पार ब्रह्म स्यों लागो ध्यान पूरन पूर रहियो निर्वाण प्राम पमेट मिले गोपाल
ਭ੍ਰਮ ਭਉ ਮੇਟ ਮਿਲੇ ਗੋਪਾਲ। ਨਾਨਕ ਕਉ ਗੁਰ ਭਏ ਦਇਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੇ ਵਿਚਾਰ ਭਾਈ ਕੁਲਵਿੰਦਰ ਸਿੰਘ ਜੀ ਭੋਗਪੁਰ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ, ਸੋ ਆਪ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਦੇ ਲੜ ਲਾਇਆ ਸੀ। ਗੁਰੂ ਰਾਮਦਾਸ ਮਹਾਰਾਜ ਦੀਆਂ ਵਡਿਆਈਆਂ ਅਨੰਤ ਨੇ, ਬੇਅੰਤ ਨੇ। ਸਾਰਾ ਸੰਸਾਰ ਜਦੋਂ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦਾ ਹੈ ਤਾਂ ਸੁਤੇ ਭਾਵ ਸਾਡੇ ਸਾਰਿਆਂ ਦੇ ਮੁਖ ਤੋਂ ਇਹ ਸ਼ਬਦ ਨਿਕਲਦੇ ਹਨ, ਧੰਨ ਗੁਰੂ ਰਾਮਦਾਸ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ। ਸੋ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਇਹ ਪਾਵਨ ਗੁਰਪੁਰਬ ਸਿੱਖ ਜਗਤ ਅੱਜ ਮਨਾ ਰਿਹਾ ਹੈ। ਸੋ ਮੈਂ ਭਾਈ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਸੰਖੇਪ ਰੂਪ ਵਿੱਚ ਸ਼ਬਦ ਵਿਚਾਰ ਕਰਦਿਆਂ ਗੁਰੂ ਇਤਿਹਾਸ ਦੀ ਸਾਂਝ ਸੰਗਤ ਦੇ ਨਾਲ ਪਾਉਣ। ਸੰਗਰਾਂਦ 17 ਤਰੀਕ ਦੀ ਹੈ। ਕੇਰਲਾ ਦੇ ਹੜ੍ਹ ਪੀੜਤਾਂ ਵਾਸਤੇ ਆਪ ਜੀ ਰਸਦ ਭੇਜ ਕੇ, ਸਮਾਨ ਭੇਜ ਕੇ, ਮਾਇਆ ਦੇ ਕੇ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ। ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਹੈ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ।
दंडौत बंदन अनेक बार, सर्व कला समर्थ डोलन ते राखो प्रभु, राखो प्रभु। नानक देकर हथ, सतनाम। श्री वाहेगुरु साहिब जीओ। पैरों महला पंजवा। सबते ऊंचा जाका नाओ, सदा सदा ताके गुण गाओ। जिस सिमरत सगला दुख जाए, सर्ब सुख वसै बन आए। सिमर मना तू साचा सोए, हालत पलत तुमरी गत होए। सिमर मना तू साचा सोए, हालत पलत तुमरी गत होए। परम सत्कारयोग, परम सम्मानयोग चवर छतर तख्त दे मालिक धन धन गुरु ग्रंथ साहिब जी महाराज, बाला प्रीतम धन धन गुरु हर कृष्ण जी महाराज, तिन्हां दे पावन पवित्र दरबार दे विच ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਇੱਕੇ ਵਾਰੀ ਕਹਿਣ ਤੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਲੜੀਵਾਰ ਸ਼ਬਦ ਹੈ ਉਹ ਆਪ ਜੀ ਨੇ ਇਸ ਸਥਾਨ ਦੇ ਸਿੰਘ ਸਾਹਿਬ, ਇਸ ਅਸਥਾਨ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤਿਨਾਂ ਦੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਇਹ ਸ਼ਬਦ ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਭੈਰੋਂ ਰਾਗ ਦੇ ਵਿੱਚ ਉਚਾਰਿਆ ਹੋਇਆ ਹੈ। ਜਿਵੇਂ ਕਿ ਭਾਈ ਸਾਹਿਬ ਜੀ ਦੱਸ ਰਹੇ ਸਨ, ਅੱਜ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਉਹ ਚੌਥਾ ਸਰੀਰ ਜਿਸ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆ ਕਰਕੇ ਆਪਣਾ ਨਿਵਾਸ ਕੀਤਾ, ਤਿਨਾਂ ਦਾ ਅੱਜ ਜੋਤੀ ਜੋਤ ਦਿਵਸ ਹੈ। ਸਾਧ ਸੰਗਤ ਜੀ, ਸਭ ਤੋਂ ਪਹਿਲੀ ਗੱਲ ਆਪਾਂ ਇਹ ਸਮਝ ਲਈਏ, ਅਸੀਂ ਕਹਿ ਦਿੰਨੇ ਹਾਂ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਜੀਵਨ ਕਾਲ ਹੈ ਉਹ 1469 ਤੋਂ ਲੈ ਕੇ 1539 ਤੱਕ। ਅਸੀਂ ਆਮ ਤੌਰ ਤੇ ਕਹਿ ਦਿੰਨੇ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਕਾਲ 1666 ਤੋਂ ਲੈ ਕੇ 1708 ਤੱਕ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਗੁਰੂ ਹੈ ਉਹ ਤਾਂ ਕਦੀ ਕਹਿੰਦੇ ਇਸ ਦੁਨੀਆ ਤੋਂ ਜਾਂਦਾ ਹੀ ਨਹੀਂ, ਆਂਦਾ ਜ਼ਰੂਰ ਹੈ ਲੇਕਿਨ ਉਹ ਇਸ ਸੰਸਾਰ ਤੋਂ ਕਦੀ ਜਾਂਦਾ ਹੀ ਨਹੀਂ ਹੈ। ਕਿਉਂਕਿ ਇੱਕ ਵਿਦਵਾਨ ਲਿਖਦਾ ਹੈ, ਕਹਿੰਦਾ ਗੁਰੂ ਕੀ ਹੈ? ਗੁਰੂ ਇੱਕ ਐਸੀ ਹਸਤੀ ਹੈ
ਗੁਰੂ ਇੱਕ ਐਸੀ ਹਸਤੀ ਹੈ ਜਿਹੜੀ ਕਾਲ ਦੇ ਪਰਦਿਆਂ ਨੂੰ ਪਾੜ ਕੇ ਤੇ ਉਹ ਅਕਾਲ ਦੇ ਵਿੱਚ ਅਪੇਦ ਹੋਈ ਹੈ। ਕਾਲ ਦੇ ਪਰਦਿਆਂ ਨੂੰ ਪਾੜ ਕੇ ਉਹ ਅਕਾਲ ਦੇ ਵਿੱਚ ਅਪੇਦ ਹੋਈ ਹੈ। ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਹਿੰਦੇ, ਦੇਖਿਓ ਕਿਤੇ ਤੁਸੀਂ ਗੁਰੂ ਨੂੰ ਕਹਿੰਦੇ ਕਿਤੇ ਪੰਜ ਭੂਤਕ ਸਰੀਰ ਨਾ ਕਹਿੰਦੇ ਸਮਝ ਕੇ ਬੈਠ ਜਾਇਓ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਤੇ ਇਹਦੀਆਂ ਰਹਾਉ ਦੀਆਂ ਪੰਕਤੀਆਂ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਿਪੂਰਨ ਪਰਮਾਤਮਾ, ਉਹਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਣ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਤਿੰਨਾਂ ਦੇ ਜੀਵਨ ਦੇ ਉੱਪਰ ਆਪਾਂ ਪੰਛੀ ਝਾਤ ਜਿਹੜੀ ਹੈ ਉਹ ਆਪਾਂ ਪਾਵਾਂਗੇ। ਚੂਨਾ ਮੰਡੀ ਤੋਂ ਆਪਾਂ ਸ਼ੁਰੂ ਕਰਾਂਗੇ ਔਰ ਆਪਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੱਕ 1581 ਤੱਕ ਆਪਾਂ ਦਾ ਜਿਹੜਾ ਸਫ਼ਰ ਹੈ ਉਹ ਆਪਾਂ ਇੱਕ ਪੰਛੀ ਝਾਤ ਦੇ ਰੂਪ ਦੇ ਵਿੱਚ ਆਪਾਂ ਦੇਖਾਂਗੇ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੇਵਾ ਦੇ ਪੁੰਜ ਤੇ ਨਿਮਰਤਾ ਦੀ ਅਥਾਹ ਮੂਰਤ, ਸੇਵਾ ਦੇ ਪੁੰਜ ਔਰ ਨਿਮਰਤਾ ਦੀ ਅਥਾਹ ਮੂਰਤ। ਸੇਵਾ ਅਗਰ ਕਿਸੇ ਨੇ, ਇੱਕ ਵਿਦਵਾਨ ਬੜੀ ਪਿਆਰੀ ਗੱਲ ਲਿਖਦਾ ਹੈ, ਉਹ ਇੰਗਲਿਸ਼ ਰਾਈਟਰ ਹੈ, ਉਹ ਕਹਿੰਦਾ ਹੈ ਅਗਰ ਤੁਸੀਂ ਕਹਿੰਦਾ ਤ੍ਰਿਖੀ ਕਹਿੰਦਾ ਪਹਾੜ ਦੇ ਉੱਪਰ ਕਹਿੰਦਾ ਚੜ੍ਹਨਾ ਹੈ, ਇੱਕ ਪਹਾੜ ਹੁੰਦਾ ਹੈ ਸਲੋਪ ਵਾਲਾ ਜਿਹਦੇ ਉੱਪਰ ਆਪਾਂ ਆਰਾਮ ਦੇ ਨਾਲ ਚੜ੍ਹ ਜਾਂਦੇ ਹਾਂ, ਇੱਕ ਪਹਾੜ ਹੁੰਦਾ ਹੈ ਬਿਲਕੁਲ ਸਿੱਧਾ। ਕਹਿੰਦਾ ਜੇਕਰ ਤੂੰ ਉਸ ਸਿੱਧੇ ਪਹਾੜ ਤੇ ਚੜ੍ਹਨਾ ਚਾਹੁੰਦਾ ਹੈ ਤੇ ਤੂੰ ਇੱਕ ਗੱਲ ਦਾ ਖਿਆਲ ਕਰੀ, ਤੈਨੂੰ ਸ਼ੁਰੂ ਵਿੱਚ ਉਸ ਪਹਾੜ ਤੇ ਚੜ੍ਹਨ ਲੱਗਿਆਂ ਜਿਹੜੇ ਤੇਰੇ ਕਦਮ ਆ ਨਾ, ਉਹ ਕਦਮ ਤੈਨੂੰ ਬੜੇ ਧਿਆਨ ਦੇ ਨਾਲ ਆਰਾਮ ਦੇ ਨਾਲ ਕਹਿੰਦਾ ਰੱਖਣੇ ਪੈਣਗੇ, ਤਾਂ ਤੂੰ ਉਸ ਪਹਾੜ ਤੇ ਕਹਿੰਦਾ ਚੜ੍ਹ ਸਕਦਾ ਹੈ। ਉਹਦੇ ਬੋਲ ਹੈ, ਟੂ ਕਲਾਈਮ ਸਟੀਪ ਹਿਲਸ ਰਿਕੁਆਇਰਸ ਸਲੋ ਪੇਸ ਸਟੈਪਸ। ਕਹਿੰਦਾ ਅਗਰ ਤੂੰ ਸਟੀਪ ਕਹਿੰਦਾ ਹਿਲ ਜਿਹੜੀ ਹੈ ਬਿਲਕੁਲ ਸਿੱਧੀ ਜਿਹੜੀ ਪਹਾੜੀ ਹੈ ਉਹਦੇ ਉੱਪਰ ਤੂੰ ਕਹਿੰਦਾ ਚੜ੍ਹਨਾ ਚਾਹੁੰਦਾ ਤੇ ਤੈਨੂੰ ਸ਼ੁਰੂਆਤੀ ਜਿਹੜੇ ਕਹਿੰਦਾ ਕਦਮ ਹਨ ਉਹ ਬੜੇ ਧਿਆਨ ਦੇ ਨਾਲ ਤੇ ਬੜੇ ਆਰਾਮ ਦੇ ਨਾਲ ਸਹਿਜ ਦੇ ਨਾਲ ਰੱਖਣੇ ਪੈਣਗੇ, ਤਾਂ ਤੂੰ ਉਸ ਪਹਾੜੀ ਦੀ ਕਹਿੰਦਾ ਜਿਹੜੀ ਚੋਟੀ ਹੈ ਤੂੰ ਉਹਦੇ ਉੱਪਰ ਚੜ੍ਹ ਸਕੇਗਾ। ਸੋ ਇਸੇ ਤਰ੍ਹਾਂ ਇਨਸਾਨ ਦਾ ਜੀਵਨ ਵੀ ਇੱਕ ਪਹਾੜੀ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਇਨਸਾਨ ਦਾ ਜੀਵਨ ਵੀ ਇੱਕ ਉਸ ਪਹਾੜ ਦੀ ਤਰ੍ਹਾਂ ਹੈ ਕਿ ਜਦੋਂ ਉਸਨੇ ਉਸ ਜੀਵਨ ਰੂਪੀ ਪਹਾੜ ਤੇ ਚੜ੍ਹਨਾ ਹੈ ਤੇ ਉਸ ਪਹਾੜ ਦੀ ਚੋਟੀ ਤੇ ਪਹੁੰਚਣ ਵਾਸਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕਦਮ ਹਨ ਉਹ ਬੜੇ ਧਿਆਨ ਦੇ ਨਾਲ ਔਰ ਬੜੇ ਆਰਾਮ ਦੇ ਨਾਲ ਰੱਖਣੇ ਪੈਣਗੇ, ਕਿਉਂਕਿ ਇਸ ਪਹਾੜੀ ਤੇ ਚੜ੍ਹਨ ਲੱਗਿਆਂ, ਜੀਵਨ ਰੂਪੀ ਪਹਾੜੀ ਤੇ ਚੜ੍ਹਨ ਲੱਗਿਆਂ ਅਗਰ ਉਸਦੇ ਪੈਰ ਕਿਤੇ ਥਿੜਕ ਗਏ, ਅਗਰ ਉਸਦੇ ਪੈਰ ਕਿਤੇ ਡਗਮਗਾ ਗਏ, ਅਗਰ ਉਸਦੇ ਕਦਮ ਕਿਤੇ ਡਗਮਗਾ ਗਏ ਤੇ ਉਹ ਰਸਾਤਲ ਦੇ ਵਿੱਚ ਪਹੁੰਚ ਜਾਵੇਗਾ, ਉਹ ਕਦੀ ਵੀ ਉਸ ਪਹਾੜੀ ਤੇ ਨਹੀਂ ਪਹੁੰਚ ਸਕੇਗਾ, ਜਾਂ ਇਸ ਤਰ੍ਹਾਂ ਕਹਿ ਲਈਏ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਸਫਲ ਨਹੀਂ ਹੋ ਸਕੇਗਾ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਰਾਮਦਾਸ ਜੀ ਮਹਾਰਾਜ ਸੇਵਾ ਦੀ ਮੂਰਤ, ਤੇ ਸੇਵਾ ਤੋਂ ਇੱਕ ਗੱਲ ਬੜੀ ਪਿਆਰੀ ਯਾਦ ਆ ਗਈ ਜਿਹੜੀ 2 ਦਿਨ ਪਹਿਲਾਂ ਹੀ ਦਾਸ ਦੇ ਨਾਲ ਵਾਪਰੀ ਹੈ। ਭਾਈ ਸਾਹਿਬ ਜੀ ਦੱਸ ਰਹੇ ਸਨ ਕਿ ਕੇਰਲਾ ਦੇ ਹੜ੍ਹ ਪੀੜਤਾਂ ਦੇ ਵਾਸਤੇ ਸਿੱਖ ਕੌਮ ਦਾ ਇੱਕ ਫਲਸਫਾ ਹੈ ਕਿ ਸਿੱਖ ਜਦੋਂ ਵੀ ਕਿਸੇ ਦੇ ਉੱਪਰ ਕਿਸੇ ਵੀ ਕਿਸਮ ਦੀ ਮੁਸੀਬਤ ਆਉਂਦੀ ਹੈ ਨਾ ਤੇ ਉਸ ਨੂੰ ਦੇਖ ਕੇ ਸਿੱਖ ਦਾ ਜਿਹੜਾ ਹਿਰਦਾ ਉਹ ਬਲੁੰਦਰਿਆ ਜਾਂਦਾ। ਕੱਲ ਮੈਂ ਫਲਾਈਟ ਤੋਂ ਉਤਰਿਆ, ਯੂਰਪ ਦੇ ਟੂਰ ਤੇ ਗਿਆ ਸੀ ਤੇ ਪਰਸੋਂ ਰਾਤ ਜਿਹੜੀ ਮੇਰੀ ਸਟੇ ਸੀਗੀ ਉਹ ਸੀਗੀ ਇਸਤਨਬੁਲ, ਤੇ ਇਸਤਨਬੁਲ 2 ਘੰਟੇ ਦੀ ਫਲਾਈਟ ਦੀ ਸਟੇ ਸੀਗੀ। ਤੇ ਜਦੋਂ ਮੈਂ ਉੱਥੇ 2 ਘੰਟੇ ਦੀ ਸਟੇ ਸੀਗੀ ਤੇ ਮੈਂ ਸੋਚਿਆ ਕਿ 2 ਘੰਟੇ ਕੀ ਕਰੀਏ, ਚਲੋ 에ਅਰਪੋਰਟ ਤੇ ਥੋੜਾ ਜਿਹਾ ਦੇਖ ਲਈਏ 에ਅਰਪੋਰਟ ਤੇ ਕਿਸ ਤਰ੍ਹਾਂ ਦਾ ਬਣਿਆ ਹੋਇਆ। ਤੇ ਜਦੋਂ ਮੈਂ 에ਅਰਪੋਰਟ ਤੇ ਘੁੰਮ ਰਿਹਾ ਸੀ ਨਾ, ਤੁਸੀਂ ਬਿਲੀਵ ਕਰੋਗੇ, ਇੱਕ ਹਿੰਦੁਸਤਾਨ ਦੀ ਧਰਤੀ ਦਾ ਇਨਸਾਨ ਉਹ ਮੈਨੂੰ ਦੇਖ ਕੇ ਤੇ ਉਹ ਦੂਰੋਂ ਆਇਆ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਦੂਰੋਂ ਕਿ ਉਹ ਮੇਰੇ ਵੱਲ ਹੀ ਆ ਰਿਹਾ ਹੈ, ਪਰੰਤੂ ਮੈਂ ਉਹਨੂੰ ਵਾਚ ਨਹੀਂ ਕੀਤਾ। ਮੈਂ ਕਿਹਾ ਸ਼ਾਇਦ ਮੇਰੇ ਲਾਗੋਂ ਲੰਘ ਜਾਵੇਗਾ। ਜਦੋਂ ਮੈਂ ਦੇਖਿਆ ਉਸ ਦੇ ਵੱਲ ਮੇਰੇ ਨਜ਼ਦੀਕ ਆਇਆ, ਇੱਕਦਮ ਆ ਕਰਕੇ ਮੇਰੇ ਪੈਰਾਂ ਦੇ
ਵਿੱਚ ਡਿੱਗਣ ਲੱਗਾ ਤੇ ਮੈਂ ਡਿੱਗਣ ਲੱਗੇ ਨੂੰ ਮੈਂ ਉੱਪਰ ਚੱਕਿਆ। ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਕੀ ਕਰ ਰਹੇ ਹੋ? ਤੇ ਉਹਦੇ ਅੰਦਰੋਂ ਆਵਾਜ਼ ਆਈ, ਕਹਿੰਦਾ ਮੈਂ ਕੈਨੇਡਾ ਦੀ ਧਰਤੀ ਤੋਂ ਆ ਰਿਹਾ, ਉੱਥੇ ਮੈਂ ਸੌਫਟਵੇਅਰ ਇੰਜੀਨੀਅਰਿੰਗ ਦੀ ਕਹਿੰਦਾ ਮੈਂ ਜੌਬ ਕਰ ਰਿਹਾ। ਕਹਿੰਦਾ ਜੇਕਰ ਤੁਸੀਂ ਅੱਜ ਨਾ ਹੁੰਦੇ ਤੇ ਕੇਰਲਾ ਦੇ ਵਿੱਚ ਕਹਿੰਦਾ ਯਾਨੀ ਕਿ ਜਿਹੜੇ ਹੜ੍ਹ ਪੀੜਤ ਹੈ ਉਹਨਾਂ ਨੂੰ ਕਹਿੰਦੇ ਕੋਈ ਬਚਾ ਨਹੀਂ ਸੀ ਸਕਦਾ। ਉਹ ਫਿਰ ਦੂਸਰੀ ਗੱਲ ਉਹਨੇ ਕਹੀ, ਕਹਿੰਦਾ ਅਸੀਂ ਜਦੋਂ ਛੋਟੇ ਸੀ ਤੇ ਆਪਣੀ ਮਾਂ ਦੇ ਕੋਲੋਂ, ਆਪਣੇ ਬਾਪ ਦੇ ਕੋਲੋਂ, ਆਪਣੇ ਟੀਚਰਾਂ ਤੋਂ ਅਸੀਂ ਸੁਣਿਆ ਸੀ ਕਿ ਪਰਮਾਤਮਾ ਜਿਹੜਾ ਹੈ ਉਹ ਜਦੋਂ ਵੀ ਕਿਸੇ ਤੇ ਮੁਸੀਬਤ ਪੈਂਦੀ ਹੈ ਪਰਮਾਤਮਾ ਆਪ ਆਉਂਦਾ ਹੈ। ਕਹਿੰਦੇ ਮੈਂ ਅੱਜ ਤੱਕ ਸੁਣਿਆ ਸੀ, ਦੇਖਿਆ ਸੀ, ਪੜ੍ਹਿਆ ਸੀ, ਪਰ ਕਹਿੰਦਾ ਮੈਂ ਕੇਰਲਾ ਦੀ ਧਰਤੀ ਤੇ ਜਦੋਂ ਸਿੱਖ ਕਹਿੰਦਾ ਮੈਂ ਘੁੰਮਦੇ ਦੇਖੇ ਤੇ ਪਰਮਾਤਮਾ ਮੈਂ ਕਹਿੰਦੇ ਆਪ ਉਹਨਾਂ ਦੇ ਵਿੱਚ ਕਹਿੰਦੇ ਮੈਨੂੰ ਦਿਖਾਈ ਦਿੱਤਾ। ਮੈਂ ਬੇਨਤੀ ਕਰ ਰਿਹਾ ਸੀ ਇਹ ਜਿਹੜਾ ਫਲਸਫਾ ਸਿੱਖ ਕੌਮ ਦੇ ਅੰਦਰ ਹੈ, ਇਹ ਸਿੱਖ ਕੌਮ ਦੇ ਅੰਦਰ ਫਲਸਫਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹਨਾਂ ਸਾਰੇ ਗੁਰੂਆਂ ਦੇ ਵੱਲੋਂ ਇਹ ਫਲਸਫਾ ਜਿਹੜਾ ਸਿੱਖ ਕੌਮ ਨੂੰ ਦਿੱਤਾ ਗਿਆ। ਜਿਹੜੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ, ਅਗਰ ਉਹਨਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਰਿਸਪੈਕਟ ਹੈ ਤੇ ਮੈਂ ਇੱਕ ਆਪਣੀ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹ ਆਪਸ ਵਿੱਚ ਜਿਹੜੀਆਂ ਭੁਲਾ ਕਰਕੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ। ਤੇ ਜੇਕਰ ਅੱਜ ਸਾਡੇ ਇਸ ਤਰ੍ਹਾਂ ਸਾਡੀ ਰਿਸਪੈਕਟ ਹੋ ਰਹੀ ਹੈ ਤੇ ਮੈਂ ਦਾਅਵੇ ਨਾਲ ਕਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੀ ਕਾਇਨਾਤ ਦੇ ਦਿਲਾਂ ਦੇ ਉੱਪਰ ਅਸੀਂ ਰਾਜ ਕਰ ਸਕਦੇ ਹਾਂ, ਜੇਕਰ ਸਾਡੇ ਅੰਦਰ ਇੱਕ ਹੋ ਜਾਈਏ, ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਆਗਮਨ 1534 ਲਾਹੌਰ ਚੂਨਾ ਮੰਡੀ ਵਿੱਚ ਹੋਇਆ। ਇੱਕ ਗੱਲ ਬੜੇ ਧਿਆਨ ਨਾਲ, ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਆਗਮਨ ਹੋਇਆ ਨਾ, ਉਦੋਂ 4 ਗੁਰੂ ਸਹਿਬਾਨਾਂ ਦਾ ਸ਼ਰੀਰ ਉਸ ਸਮੇਂ ਧਰਤੀ ਤੇ ਮੌਜੂਦ ਸੀ। ਸ਼ਰੀਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 1469 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਮੇਂ ਸਨ। ਬਾਬਾ ਲਹਿਣਾ ਜੀ 1532 ਦੇ ਵਿੱਚ ਗੁਰੂ ਨਾਨਕ ਸਾਹਿਬ ਕੋਲ ਆਏ ਆ। ਉਹਨਾਂ ਦੀ 2 ਸਾਲ ਦੀ ਪੜ੍ਹਾਈ ਜਿਹੜੀ ਹੈ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਹੋ ਚੁੱਕੀ ਹੈ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਜੋ ਬਾਬਾ ਅਮਰਦਾਸ ਜੀ ਦੇ ਰੂਪ ਦੇ ਵਿੱਚ ਉਹ ਵੀ ਇਸ ਧਰਤੀ ਤੇ ਹਨ। ਔਰ 1534 ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਚੌਥਾ ਸ਼ਰੀਰ, ਜਿਨ੍ਹਾਂ ਨੇ ਸਮਾਂ ਪਾ ਕਰਕੇ ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਹੈ ਉਹ ਆ ਕਰਕੇ ਗੁਰੂ ਰਾਮਦਾਸ ਜੀ ਦੇ ਸ਼ਰੀਰ ਦੇ ਵਿੱਚ ਆ ਕਰਕੇ ਵਿਦਮਾਨ ਹੋਣੀ ਹੈ। ਮੇਰੇ ਕਹਿਣ ਤੋਂ ਭਾਵ ਕਿ ਜਦੋਂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ, ਉਹਨਾਂ ਦਾ ਪ੍ਰਕਾਸ਼ ਹੋਇਆ, ਉਸ ਸਮੇਂ 4 ਗੁਰੂ ਸਹਿਬਾਨਾਂ ਦਾ ਸ਼ਰੀਰ ਜਿਹੜਾ, ਇੱਕ ਗੁਰੂ ਸਹਿਬਾਨ ਗੁਰੂ ਨਾਨਕ ਦੇਵ ਜੀ ਆਪ ਗੁਰੂ ਔਰ 3 ਸ਼ਰੀਰ ਜਿਹੜੇ ਹੋਰ ਹਨ ਉਹ ਉਸ ਸਮੇਂ ਇਸ ਧਰਤੀ ਤੇ ਇਸ ਰੂਹੇ ਜ਼ਮੀਨ ਤੇ ਮੌਜੂਦ ਹਨ। ਅੱਗੇ ਚਲੀਏ ਆਪਾਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਸਿਦਕ, ਨਿਮਰਤਾ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮਾਤਾ ਜੀ ਬਚਪਨ ਦੇ ਵਿੱਚ ਚੜਾਈ ਕਰਕੇ ਆਪ ਜੀ ਨੂੰ ਪਤਾ। ਉਸ ਤੋਂ ਬਾਅਦ 7 ਕੁ ਸਾਲ ਦੀ ਉਮਰ ਤਕਰੀਬਨ ਜੋ ਵਿਦਵਾਨ ਲਿਖਦੇ ਹਨ 6 ਕੁ ਸਾਲ ਦੀ ਉਮਰ ਉਹਨਾਂ ਦੇ ਪਿਤਾ ਜੀ ਵੀ ਚੜਾਈ ਕਰ ਗਏ। ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਉਹਨਾਂ ਦੇ ਰਿਸ਼ਤੇਦਾਰਾਂ ਨੇ, ਉਹਨਾਂ ਦੇ ਗੁਆਂਢੀਆਂ ਨੇ ਉਹਨਾਂ ਦੇ ਘਰ ਨੂੰ ਤਾਲਾ ਲਾ ਦਿੱਤਾ ਕਿ ਤੂੰ ਐਸਾ ਜਨਮਿਆ, ਪਹਿਲਾਂ ਤੂੰ ਆਪਣੇ ਬਾਪ ਨੂੰ ਲੈ ਗਿਆ, ਹੁਣ ਤੂੰ ਆਪਣੀ ਮਾਂ ਨੂੰ ਲੈ ਗਿਆ, ਹੁਣ ਤੂੰ ਆਪਣੇ ਬਾਪ ਨੂੰ ਵੀ ਲੈ ਗਿਆ। ਉਹਨਾਂ ਨੂੰ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਣ ਦੇ ਲਈ ਉਹਨਾਂ ਨੇ ਮਜਬੂਰ ਕਰ ਦਿੱਤਾ। ਔਰ ਇਸ ਗੱਲ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨਾ, ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਉਹਨਾਂ ਨੇ ਵਜਦ ਦੇ ਵਿੱਚ ਆ ਕਰਕੇ ਇਸ ਸ਼ਬਦ ਨੂੰ, ਇਸ ਘਟਨਾ ਨੂੰ ਉਹਨਾਂ ਨੇ ਸ਼ਬਦਾਂ ਦਾ ਰੂਪ ਦਿੱਤਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕਹਿੰਦੇ ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਕਹਿੰਦੇ ਰੁਲਦਾ ਫਿਰਦਾ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀ ਰੇ ਹਮ ਥਾਪੇ। ਨਿਮਰਤਾ ਦੇਖੋ ਸ਼ਬਦ ਦੀ ਗਹਿਰਾਈ ਜਾਓ। ਗੁਰ ਸਤਗੁਰ ਸੰਗ ਕੀ ਰੇ ਹਮ ਥਾਪੇ। ਕਹਿੰਦੇ ਗੁਰੂ ਨੇ ਮੇਰੇ ਵਰਗੇ ਕੀੜੇ ਤੇ ਕਹਿੰਦੇ ਬਖਸ਼ਿਸ਼ ਕਰਕੇ ਮੈਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ। ਤੇ ਜਦੋਂ ਤੁਸੀਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਪੜ੍ਹਦੇ ਹੋ ਨਾ, ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੀ ਬਾਣੀ ਦੇ ਵਿੱਚ ਤੁਹਾਨੂੰ 12 ਤੋਂ 13 ਵਾਰ ਸ਼ਬਦ ਜਿਹੜਾ ਉਹ ਕੀੜਾ ਮਿਲੇਗਾ ਜੋ ਆਪਣੇ ਆਪ ਨੂੰ ਕਹਿ ਰਹੇ ਹਨ।
मैं उन्हां दा शब्द आपां रोजाना रहरास ਵਿੱਚ शब्द पढ़ते हैं। हर के जन सतगुर सतपुरखा बिनो करूं गुरपास हम कीरे किरम। गुरु रामदास जी महाराज, हम कीरे किरम सतगुर सरनाई कर दया नाम परगास। मैं बेनती कर रहा सीगा उन्हां दा बचन, जो हमरी बिद होती मेरे सतगुरा साबिद तुम हर जानो आपे। हम रुलते फिरते कोई बात न पूछता गुर सतगुर संग कीरे हम थापे। गुरु ने कहते मेरे ते बख्शिश की है ते मेरे उपर बख्शिश करके मैनू एक निमाने जे कीड़े नू उन्होंने कहते थाप दिता। अगे चलीए, माता जी उन्होंने उन्होंने सत्कारयोग नानी जी पिंड बासर के लैके आ गए, लाहौर तो बासर के लैके आ गए ते उन्होंने घुंगनियां वेच के अपना पेट भरना ते अपनी नानी मां का पेट भरना। ते एक फकीर उन्होंने मिलिया जो उन्होंने जिंदगी दे विच उन्होंने जीवन काल दे विच जिहड़ी घटना है, वो फकीर भुखा सी 2-4 दिनों तो। ते उस फकीर ने भाई जेठा जी नू, गुरु रामदास जी महाराज जी नू उन्होंने कहा कि मैं 2-4 दिनों तो भुखा हाँ, मैनू भुख लगी है ते मेरे पेट दे विच भुख जिहड़ी मैनू सता रही है, तुसी मेरा कोई हल करो। गुरु रामदास जी महाराज जी ने निकड़े निकड़े हत्थां दे नाल ओ जिहड़ियां घुंगनियां सी छाबे चो चक्कियां, छाबे चो चक के उन्होंने जो हथ विच रखण लगे, कहंदे इन्नियां को घुंगनियां दे नाल मेरा की बनना है, इन्नियां को घुंगनियां दे नाल मेरा की बनना है। उन्हें की कीता, उन्हें अपना चोले दी जिहड़ी सीगी कुड़ते दा जिहड़ा सीगा उन्होंने झोली जिहड़ी सी वो अगे कर दित्ती ते गुरु रामदास जी महाराज ने पूरा छाबा ही उन्हां दी झोली विच पा दिता। दरअसल वो एक शुरुआत सीगी कि हे सिखा, हे लुकाई दे लोको, जदों भी तुसी धन धन गुरु रामदास जी दे महाराज दे दरबार दे विच शरदा ते भावना दे नाल अपनियां झोलियां फैलाओगे ना, ते गुरु रामदास जी महाराज तुहाडियां झोलियां जिहड़ियां ओ भर देणगे। अज भी जदों आपां दरबार साहिब जांदे आ ना, ते मैं दरबार साहिब दे बारे आप जी नाल थोड़ी जी बेनती करना चाहुंदा। प्रोफैसर पूरन सिंह पता की लिखदे, कहंदे सिखा जदों तू दरबार साहिब जावे ना, दौड़ के जाया कर, बड़ी दौड़ के कहंदे दरबार साहिब जाया कर, तेजी ना जाया कर। तेरे अंदर एक कहंदे दर्द पैदा होवे, तेरे अंदर एक प्रीत पैदा होवे कि मैं फटाफट दरबार साहिब पहुंच जावां। लेकिन जदों तू कहंदे दर्शनी ड्योड़ी ते पहुंचे ना, ते दर्शनी ड्योड़ी ते पहुंच के कहंदे रुक जाया कर। फिर हौली हौली पुछया भी प्रोफैसर पूरन सिंह जी, आप जी कहंदे हो कि दरबार साहिब जदों जाना घरों दौड़ के जाना, ते जदों दर्शनी ड्योड़ी ते जाना उदों क्यों हौली होना, उदों क्यों हौली हौली जाना? कहंदे जदों घरों जाना ते दौड़ के जाना, दर्शनी ड्योड़ी ते जाकर के सिखा इसलिए हौली हौली होना क्योंकि उत्थे दी कली कली सिल जिहड़ी लगी है, उत्थे जिहड़ा पत्थर लगा होया, वो कहंदे हौली हौली इसलिए मैं तैनूं क्या परिक्रमा करी, क्योंकि उस सिल दे उस पत्थर दे हेठां पता नहीं किन्ने कु सिखां शहीदां दे जिहड़े सिर है वो दबे हुए है। घरों जाना ते दौड़ के जाना, लेकिन जदों तू परिक्रमा करनी दरबार साहिब दी बड़ी हौली हौली करी, बड़ी ध्यान दे नाल करी। धन धन गुरु रामदास जी महाराज ने उन्हां दी जिहड़ी झोली सी ना, वो उन्होंने घुंगनियां दे नाल भर दित्ती। तकरीबन उन्हां दे उस तो बाद जदों माता जी चढ़ाई कीते, चढ़ाई करन तो पहला पहला उन्होंने जिहड़ी बांह सी ना अपने दोतरे दी, वो उन्होंने बांह जिहड़ी सी बाबा अमरदास जी नूं फड़ा दित्ती। बाबा अमरदास जी दे घर दे विच उन्होंने अनथक सेवा कीती, अनथक सेवा की उन्होंने, इत्थों तक जदों वो उस घर दे जवाई बने ना, ते जवाई बनन तो बाद विच भी उन्होंने अपने सिर दे उपर जिहड़ी मिट्टी सी ना वो टोई। मैं जिहड़ी बेनती करना चाहुंदा, अगर अज साडी नौजवान पीढ़ी अपने अंदर सिदक, अपने अंदर प्यार ते अपने अंदर निमरता लैके आउणी चाहुंदी है ना, ते उन्होंने गुरु रामदास जी महाराज जी दे जीवन तो सिद्ध लैनी चाहिदी। एक जवाई जिहड़ा है वो गुरु अमरदास जी महाराज दे घर दे विच मिट्टी ढोरे, ते जदों मिट्टी ढोंदियां ढोंदियां लाहौर दी धरती तो उन्हां दे बुजुर्ग आए ना, ते बुजुर्गां ने आ करके उन्होंने बुरा भला किया। इत्थों तक उन्होंने कह दिता कि तू जमदियां ही कहंदे मर क्यों नहीं गया, जेकर तू कहंदे
इस घर विच आके मिट्टी ही ढोनी थी। उन्हां दे बचन कवि संतोख सिंह जी लिखदे, एपी जन्मियो वंश हमारे, लाज गवाई सब प्रकारे, इसने तो सिर माटी पाई, तुम विचार करो उचताई। गुरु अमरदास जी नूं कह रहे हैं, तुहाडे घर दा जवाई है, कहंदे इन्ने ते सिर ते कहंदे मिट्टी पाई है। पित के मरे सदन को त्यागा, कर ससुरार बस्यो निर्भागा, इसने तो सिर माटी पाई, तुम विचार करो उचताई। कहंदे इहदे सिर दे उपर मिट्टी दा टोकरा, तुहाडे घर दा जवाई होवे ते तुसीं मिट्टी ढोवो। ते गुरु अमरदास जी महाराज ने कहा, ਤੁਹਾਨੂੰ ਇਹਦੇ ਸਿਰ ਦੇ ਉੱਪਰ ਮਿੱਟੀ ਦਾ ਟੋਕਰਾ ਦਿਖਾਈ ਦੇ ਰਿਹਾ, ਪਰੰਤੂ ਮੈਨੂੰ ਇਹਦੇ ਸਿਰ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਚਵਰ ਛਤਰ ਹੈ ਉਹ ਮੈਨੂੰ ਦਿਖਾਈ ਦੇ ਰਿਹਾ। ਤੇ ਉੱਥੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਜੇਕਰ ਇਹ ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਖਾਨਦਾਨ ਦੇ ਵਿੱਚ ਨਾ ਪੈਦਾ ਹੁੰਦਾ ਤੇ ਤੁਹਾਡੇ ਜਿਹੜੇ ਪਿੱਤਰ ਹੈ ਉਹ ਕਹਿੰਦੇ ਨਰਕਾਂ ਦੇ ਭਾਗੀ ਹੋਣੇ ਸੀ। ਇਹ ਨਾ ਜਨਮਿਓ ਵੰਸ਼ ਤੁਮਾਰੇ, ਗਿਰਤ ਨਰਕ ਮੈਂ ਪਿਤਰ ਤੁਮਹਾਰੇ। ਕਹਿੰਦੇ ਜੇਕਰ ਇਹ ਤੁਹਾਡੇ ਖਾਨਦਾਨ ਦੇ ਵਿੱਚ ਨਾ ਪੈਦਾ ਹੁੰਦਾ ਤੇ ਤੁਹਾਡੇ ਕਹਿੰਦੇ ਜਿਹੜੇ ਪਿੱਤਰ ਆ ਨਾ ਬਜ਼ੁਰਗ, ਉਹ ਸਾਰੇ ਕਹਿੰਦੇ ਨਰਕਾਂ ਦੇ ਭਾਗੀ ਹੋਣੇ ਸੀ। ਕਿਉਂਕਿ ਗੁਰੂ ਕੀ ਹੈ, ਗੁਰੂ ਤਾਂ ਕਾਲ ਦੇ ਪਰਦਿਆਂ ਨੂੰ ਪਾੜ ਕੇ ਅਕਾਲ 'ਚ ਅਪੇਦ ਹੋਇਆ। ਤੇ ਗੁਰੂ ਕੀ ਹੈ, ਗੁਰੂ ਸੰਸਾਰ ਦੀ ਬਾਂਹ ਪਕੜ ਕੇ ਤੇ ਉਹਨਾਂ ਨੂੰ ਨਿਰੰਕਾਰ ਦੇ ਕੋਲ ਪਹੁੰਚਾ ਦਿੰਦਾ ਹੈ। ਸੋ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੀ ਸ਼ਾਦੀ ਹੋਈ, ਉਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਅੱਗੇ ਚਲੀਏ ਆਪਾਂ, ਜਦੋਂ ਉਹਨਾਂ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਲਾਇਕ ਸਮਝ ਕੇ ਉਹਨਾਂ ਨੇ ਮੱਥਾ ਟੇਕ ਦਿੱਤਾ। ਇੱਕ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ, ਤੁਸੀਂ ਦੇਖੋ ਗੁਰੂ ਕਾਲ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕਰਕੇ ਉਹਨਾਂ ਨੂੰ ਮੱਥਾ ਟੇਕਿਆ ਨਾ, ਤੇ ਉਹਨਾਂ ਨੇ ਮੱਥਾ ਟੇਕਣ ਲੱਗਿਆਂ ਉਹਨਾਂ ਨੂੰ ਬਾਬਾ ਲਹਿਣਾ ਨਹੀਂ ਦੇਖਿਆ, ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਿਖਾਈ ਦੇ ਰਹੇ ਆ। ਆ ਗੱਲ ਧਿਆਨ ਨਾਲ ਸੁਣਿਓ, ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ, ਉਹਨਾਂ ਨੂੰ ਬਾਬਾ ਅਮਰਦਾਸ ਨਹੀਂ ਦਿਖਾਈ ਦੇ ਰਿਹਾ, ਉਹਨਾਂ ਨੂੰ ਇਹ ਨਹੀਂ ਦਿਖਾਈ ਦੇ ਰਿਹਾ ਵੀ ਕਦੀ ਇਹਨਾਂ ਨੂੰ ਜੁਲਾਹੀ ਨੇ ਕਿਹਾ ਸੀ ਤੂੰ ਤੇ ਨਿਥਾਵਾਂ ਹੈ, ਉਹਨਾਂ ਨੂੰ ਇਹ ਨਹੀਂ ਦਿਖਾਈ ਦਿੱਤਾ। ਉਹਨਾਂ ਨੂੰ ਉਹਨਾਂ ਦੇ ਵਿੱਚ ਗੁਰੂ ਅਮਰਦਾਸ ਜੀ ਦਿਖਾਈ ਦਿੱਤੇ ਆ, ਜਿਹੜੀ ਗੁਰੂ ਨਾਨਕ ਦੀ ਜੋਤ ਉਹਨਾਂ ਵਿੱਚ ਦਿਖਾਈ ਦੇ ਰਹੀ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਜਵਾਈ ਨੂੰ ਮੱਥਾ ਟੇਕਿਆ, ਹੈ ਵੈਸੇ ਬੜਾ ਔਖਾ ਕੰਮ, ਇਹ ਹੈ ਵੈਸੇ ਬੜਾ ਔਖਾ ਕੰਮ ਕਿ ਸਹੁਰੇ ਦਾ ਜਵਾਈ ਨੂੰ ਮੱਥਾ ਟੇਕਣਾ, ਲੇਕਿਨ ਉਹਨਾਂ ਨੂੰ ਉਹਨਾਂ ਦੇ ਵਿੱਚ ਉਹਨਾਂ ਦਾ ਜਵਾਈ ਦਿਖਾਈ ਨਹੀਂ ਦਿੱਤਾ, ਉਹਨਾਂ ਨੂੰ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਦਿਖਾਈ ਦੇ ਰਹੇ ਹਨ, ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਅੱਜ ਜਦੋਂ ਬਾਪ ਆਪਣੇ ਪੁੱਤਰ ਨੂੰ ਮੱਥਾ ਟੇਕ ਰਿਹਾ ਹੈ, ਆਪਣੇ ਪੁੱਤਰ ਨੂੰ ਮੱਥਾ ਟੇਕ ਰਿਹਾ, ਉਹਨਾਂ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਕਿ ਇਹ ਮੇਰਾ ਪੁੱਤਰ ਹੈ, ਉਹਨਾਂ ਨੂੰ ਦਿਖਾਈ ਦੇ ਰਿਹਾ ਕਿ ਇਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਫਲਸਫਾ ਨਾ, ਇਹ ਦੁਨੀਆ ਦੇ ਫਲਸਫਿਆਂ ਦੇ ਨਾਲੋਂ ਬੜਾ ਇੱਕ ਉਲਟ ਹੈ, ਬੜਾ ਇੱਕ ਵੱਖਰਾ ਹੈ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦਾ ਘਰ ਜਿਹੜਾ ਉਹ ਦੁਨੀਆ ਦੇ ਘਰਾਂ ਦੇ ਨਾਲੋਂ ਕਹਿੰਦੇ ਬਿਲਕੁਲ ਵੱਖਰਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਉਹਨਾਂ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਤੇ ਜਿਹੜਾ ਬਾਬਾ ਪ੍ਰਿਥੀ ਚੰਦ ਸੀ ਨਾ, ਉਸਨੇ ਬਹੁਤ ਝਗੜਾ ਪਾਇਆ, ਉਸਨੇ ਬਹੁਤ बुरा भला किया, उसने बहुत मन विच गुस्सा किया, लेकिन गुरु रामदास जी महाराज उन्होंने समझाते हैं, काहे पूत झगरत हो संग बाप। एक गल समझाने वाली है अपने बच्चों को कि बेटा आ देखो गुरु घर का फलसफा, काहे पूत झगरत हो संग बाप, जिनके जने बडीरे तुम हो तिनस्यों झगरत पाप। तू सब तो वड्डा कहंदे पापी है जे तू अपने प्यो दे नाल तू कहंदे लड़ाई करदा सी। ओ बच्चा जिहड़ा अज भी अपने बाप दे नाल, अपने बाप दे दसे हुए रस्ते दे उलट चलदा जां अपने बाप नूं माड़ा भला कहंदा, ओ सब तो वड्डा पापी है। गुरु रामदास जी महाराज फरमाउंदे, काहे पूत झगरत हो संग बाप, जिनके जने बडीरे तुम हो तिनस्यों झगरत
पाप सेवा तो बाबा ਪ੍ਰਿਥੀ ਚੰਦ ने भी बहुत की सी। सेवा तो उन्होंने बहुत की है, लेकिन उन्होंने तन करके ही सेवा की, लेकिन तन करके सेवा की, परंतु उन्होंने मन करके सेवा नहीं की। सेवा तन करके और मन करके। गुरु अर्जुन देव जी महाराज ने भी सेवा की, उन्होंने तन करके भी सेवा की ते उन्होंने मन करके भी सेवा की। जदों असी सेवा कली तन करके करते हैं ना, ते असी अपने गुरु का जिहड़ा मन है वो असी कदी भी नहीं जे सकते। ते गुरु ग्रंथ साहिब जी का फरमान है, सा सेवा कीती सफल है जिस सतगुरु का मन मन्ने। जिस सेवा दे उपर गुरु का मन पतीत जावे, जिस सेवा दे उपर गुरु का मन खुश हो जावे, सा सेवा कीती सफल है जित सतगुरु का मन मन्ने। सतगुरु का मन मन्निया तां पाप कसम्मल भन्ने। जदों सतगुरु का मन मन जाएगा तो फिर तेरे अंदर दे जेड़े पाप है ना, वो गुरु जेड़ा है अंदरों कढ़ के उन्होंने बाहर कढ़ देवेगा। मैं बेनती कर रहा सी, बाबा ਪ੍ਰਿਥੀ ਚੰਦ ने भी सेवा बड़ी की, लेकिन होया कि मन खोटे। गुरु ग्रंथ साहिब जी महाराज कहते मन खोटे आकी फिरन, कहते ओ सेवा कहते कदी भी तेरी गुरु कार्ज सफल नहीं होवेगी जेकर मन दे विच खोट होवेगी। मन खोटे आकी फिरन, आकी फिरन ओ गुरु दे दसे होए रस्ते दे उलट चलदे। तन तन गुरु अर्जुन देव जी महाराज जी नूं जदों उन्होंने गुरता गद्दी ते विराजमान किया, विराजमान करन तो बाद एक दिन जिहड़े हन वो गुरु रामदास जी महाराज उत्थे रहे हन। उस तो बाद एक होर विचार, जदों भी किसी जोत ने अपनी जोत दूसरे शरीर विच टिकाई है ना, ते गुरु रामदास जी महाराज तक पहुंचदियां ये सिख संगत नूं पता लग गया सी कि हुण जिहड़ी जोत है, जिहड़ी पहली जोत है, जिहड़े शरीर विच पहली जोत सी, वो शरीर हुण त्यागया जावेगा। बड़े ध्यान नाल सुनियो, क्योंकि गुरु नानक देव जी महाराज ने जदों अपनी जोत गुरु अंगद देव जी विच टिकाई, उहदे कुछ समय बाद गुरु नानक देव जी ने अपने प्राण जिहड़े त्याग दिते। गुरु अंगद देव जी महाराज ने गुरु अमरदास जी विच जोत टिकाई, कुछ दिनों बाद 2-4 दिनों बाद अपने प्राण त्याग दिते। अज जदों गुरु रामदास जी महाराज ने अपनी जोत गुरु अर्जन देव जी विच टिकाई है ना, ते संगत नूं पता लग गया सी हुण 2-4 दिनां दी खेड है, और 2-4 दिनां दे बाद गुरु रामदास जी महाराज अपना शरीर त्याग देणगे। ते उन्हां ने फिर गुरु अर्जन देव जी नूं क्या कहंदे, पुੱਤ वे कहंदे मैनूं गोइंदवाल लै जा। गुरु अर्जन देव जी नूं क्या कहंदे, पुੱਤ वे मैनू गोइंदवाल लै जा, मैं गोइंदवाल जाना चाहुंदा। ते गुरु अर्जुन देव जी महाराज ने कहा, मैं बार बार शब्द अर्जुन वरत रहा, वो तां वरत रहा कि अर्जन शब्द गुरु ग्रंथ साहिब जी महाराज विच टोटल 20 बार आया। 19 बार भट्टां दे सवैयां दे विच आया, उत्थे जज्जे थले औंकड़ लगा होया, अर्जुन शब्द आया। और एक बार शब्द जड़ा वो बाबा सत्ता जी ते बाबा बलवंड जी दी वार दे विच आया, उत्थे जज्जे थले औंकड़ नहीं है। ते गुरु रामदास जी महाराज ने कहा अपने पुत्र नूं, कहंदे पुੱਤ अर्जुन मैनू गोइंदवाल दी धरती ते लै जा। ते उन्होंने कहा, पिता जी तुसी उत्थे क्यों जाना चाहुंदे हो? उन्होंने कहा, ये ओ धरती है, बड़े ध्यान नाल सुनियो, ये ओ धरती है जिथे मैं घुंगणियां बेचियां, ये ओ धरती है जिथे मेरी नानी मां ने मेरी बांह जेड़ी है वो गुरु अमरदास जी नूं फड़ाई। ये ओ धरती है जिथे मैं जवाई भी बनिया, लेकिन जवाई बन के भी मैं अपने सौहरे घर दे विच मैं टोकरी ढोई। ये ओ धरती है जिथे भानी जी तेरी मां जिहड़ी है वो मेरी जीवन साथन बनी। ये ओ धरती है जिथे मेरे 3 पुत्रां दा जन्म होया, 3 पुत्रां दा प्रकाश होया। अज मैं चाहुंदा हां ये ओ धरती है जिथे मैनू गुरता गद्दी ते गुरु अमरदास जी ने बिठाया। मैं चाहुंदा हां उसे धरती ते अपने जिहड़े प्राण हन वो मैं त्यागा। पुੱਤ वे मैनू गोइंदवाल साहिब दी धरती ते लै जा। तन तन गुरु अर्जुन देव जी महाराज, उन्हां दे नाल सत्कारयोग बाबा बुढ़ा जी, जदों बाबा बुढ़ा जी नाल कुछ संगत जिहड़ी सी वो गोइंदवाल साहब दी धरती ते गए। गोइंदवाल साहब दी धरती ते दूसरे दिन तन तन गुरु रामदास जी महाराज जी ने अपने सवास जिहड़े सीगे वो उन्होंने त्याग दिते। मैं फिर बेनती करा, हरबंस
जगत जस संचरियो कवन कहे श्री गुर मोयो। कहंदे कौन कहंदा है, कहंदे गुरु जिहड़ा वो मर गया है। गुरु मरदा नहीं है, गुरु दा शरीर जिहड़ा, क्योंकि गुरु कदी शरीरक रूप दे विच नहीं विचरदा, गुरु तां हमेशा आत्मा दे रूप दे विच विचरदा है। गुरु कदी भी शरीरक रूप दे विच नहीं है, गुरु आत्मा दे तल ते जी रहा है। हरबंस जगत जस संचरियो कवन कहे श्री गुर मोयो। कहंदे कौन कहंदा है गुरु मोया। देवपुरी में गयो आप परमेश्वर भायो। देवपुरी में गयो वो तां कहंदे परमात्मा दे चरनां दे विच, वो तां परमात्मा दे कहंदे विच लीन होए, अपेद हो गए। देवपुरी में गयो आप परमेश्वर भायो। परमात्मा नूं कहंदे इहो ही कहंदे चंगा लगा। सो मैं बेनती करना चाहुंदा, धन धन गुरु रामदास जी महाराज पुरातन बजुर्ग जदों ना गुरु रामदास जी दे दरबार में जांदे सी ना, ते एक बड़ी प्यारी गल कहंदे सी। मत्था टेकन लग्या कहंदे सी, धन धन गुरु रामदास रखी गरीब दी लाज ते करी ना किसे दा मुथाज। ये पुरातन जिहड़े साडे बजुर्ग सन वो ये अरदास करया करदे सन जदों मत्था टेकदे सन दरबार साहब जाके, धन धन गुरु रामदास रखी गरीब दी लाज करी ना किसे दा मुथाज। आओ जो अज दा शब्द है आपां उस शब्द दे नाल भी आपां सांझ पाइए। धन धन गुरु अर्जन देव जी महाराज जो लड़ीवार शब्द है उहदे विच आरंभ वालियां पंक्तियां विच फरमाउंदे हन, सब ते ऊंचा जाका नाउ। एक गल दा ख्याल करो, परमात्मा ने अपने आप नूं बनाया। असीं पढ़दे हां परमात्मा ने अपना नाम तैयार किया जो उन्होंने अमृत रूपी नाम संसार नूं देना सी, लेकिन परमात्मा ने अपने तो उच्चा भी अपना नाम तैयार किया। सी पढ़ते हैं ऊंचे ऊपर ऊंचा नाम। ऊंचे ऊपर परमात्मा ने अपने आप तो उच्चा अपना नाम जिहड़ा बनाया। अज महाराज इत्थे फरमाउंदे हन, सब ते ऊंचा जाका नाम। कहंदे जिसका नाम कहंदे सब तो उच्चा ना कहंदे, ओदा कहंदे सिमरन कर, ओदे कहंदे गुणां नूं गा। वैसे ते महाराज कहंदे तेरे कवन कवन गुण कह कह गावां, तू साहिब गुणी निधाना। तुमरी महिमा वर्ण न साकू, तू ठाकुर ऊंच। तू पता नहीं कहंदे केड़ी उचाई ते बैठा होया। सब ते ऊंचा जाका नाओ, ओदा नाम जिहड़ा कहंदे सब तो उच्चा है। कहंदे सब ते ऊंचा जाका नाओ, सदा सदा ताके गुण गाओ। उस कहंदे परिपूर्ण परमात्मा दे गुण गा। कहंदे फिर उस परमात्मा दे गुण गावांगे ते सानू की मिलेगा। गुरु तेग बहादुर जी महाराज जी का बड़ा प्यारा बचन है, एक रे मन राम स्यों कर प्रीत, श्रवण गोबिंद गुण सुनो और गाओ रसना गीत, कर साध संगत सिमर माधो। ये तीन कम कर कहंदे, कन्ना दे नाल ओदे कहंदे गुणां नूं सुन, अपनी रसना दे नाल ओदे गाने गा, कहंदे ओदियां सिफतां गा, ते कहंदे साध संगत विच आकर के ये कम होने है। साध संगत विच कर साध संगत सिमर माधो, फिर मिलेगा की हो हे पतत पुनीत। तू कहंदे बड़ा विकारां दे नाल कहंदे लिबड़िया होया, कहंदे ये विकार तेरे कहंदे शरीर दे नालों दूर हो जाणगे और तू कहंदे पवित्र होवेगा। सब ते ऊंचा जाका नाओ, सदा सदा ताके गुण गाओ। जिस सिमरत सगला दुख जाए, उदा कहंदे सिमरन कर। जे सतगुर सिमरंत नैन के तिमर मिटे खिन, जे सतगुर सिमरंत हृदय हर नाम दिनो दिन, जे सतगुर सिमरंत जी की तपत मिटावे, जे सतगुर सिमरंत रिद सिद्ध नौ निध पावे, सोई रामदास गुर बल भन मिल संगत धन धन करो। उस कहंदे सतगुर दे कहंदे गाने गा, उस सतगुर दा कहंदे सिमरन कर। जे सतगुर सिमरंत, पहली वारी जिहड़ी पंक्ति है ना उथे है तत्ता, दूसरी वारी जिहड़ी पंक्तियां आ रही सारियां उथे तत्ता नहीं है, उथे थत्था है। जे सतगुर सिमरंत नैन के तिमर मिटे खिन, कहंदे ओ सतगुर दा सिमर कर जेदे कहंदे सिमरन करदियां तेरियां अखां तो कहंदे गफलत दी नींद कहंदे उतर जावे। कहंदे जे सतगुर सिमरंत नैन के तिमर मिटे खिन, जे सतगुर सिमरंत हृदय हर नाम दिनों दिन, ओ सतगुर दा कहंदे सिमरन कर। कहंदे ओ सतगुर नूं कहंदे याद कर।
जे सिमरत सगला दुख जाए, सर्ब सुख वसै मन आए। सारे सुख कहंदे तेरे मन विच आके वस जाणगे, तेरे अंदर कहंदे सुखां दा कहंदे खान, सुखां दी खान जिहड़ी आ ना वो तेरे कहंदे अंदर आ जावेगी। लेकिन आवेगी किदां? जदों तू कहंदे सिमरन दे विच जुड़ेगा। आ साडा एक लाना वो कहंदा जी ज्ञान ही गुरु है। ज्ञान गुरु नहीं है, ज्ञान गुरु तो मिलना है। गुर बिन घोर अंधार, गुरु बिन समझ ना आवे। कुंभे बद्दा जल रहे, जल बिन कुंभ ना होए। ज्ञान का बद्दा मन रहे, गुर बिन ज्ञान ना होए। हुण जे असी बच्चे नूं कह लईए भी तू ही मां बाप है, हाउ इट कुड बी पॉसीबल? बई मां बाप हन, मां बाप दे मिलन तो बच्चा पैदा होया। लेकिन जे असी कह दईए कि यह बच्चा ही मां बाप है, होर कोई नहीं है, यह नहीं हो सकता। गुरु तो बगैर ज्ञान की प्राप्ति नहीं होनी, ज्ञान गुरु तो ही मिलना है। और कल्ला ज्ञान जदों आ जावे वो सानू गलत पासे तोड़ दिंदा। जेकर उस ज्ञान दे नाल किते गुरु होवे, गुरु भी नाल चले, वो सानू निरंकार दे घर तक पहुंचा दिंदा। महाराज फरमाउंदे, जिस सिमरत सगला दुख जाए, सर्ब सुख वसह मन आए। सिमर मना तू साचा सोए, उस परिपूर्ण परमात्मा दा कहंदे सिमरन कर। और वैसे सिमरन दी दात गुरु अर्जुन देव जी महाराज नूं पुछिए कित्थों मिली है? महाराज कहंदे आ ये तां तैनूं परमात्मा दे वल्लों दिता होया एक गिफ्ट सीगा। जदों तेरे मूँह दे विच कहंदे दंद भी नहीं सी, जदों तेरा हले शरीर भी कहंदे नहीं सी पूरा बनिया, जदों तू कहंदे चलदा भी नहीं सी, कहंदे उदों दी तैनूं दित्ती हुई है दात परमात्मा ने। मात गर्भ मह आपन सिमरन दे, तह तुम राखण हारे। पावक सागर अथा लहर में तारो तारन हारे। गुरु नानक साहब भी कहंदे, पहले पहरे रैन के वनजारिया मित्रा, हुक्म पिया घरवास। उर्द तप अंतर करे वनजारिया मित्रा, खसम सेती अरदास। खसम सेती अरदास बखाने, उर्द ध्यान लिव लागा। आ जिहड़ी तेरी लिव लगी सी ना, इहदे विच कहंदे तेरा सिमरन सी कहंदे। ते महाराज गुरु अर्जुन देव जी महाराज जैसे दी वार दे विच कहंदे आ, हर सिमरत ਉਹਦਾ सिमरन कर कहंदे, हर सिमरत तू ना जले, मन तन उरतार। बिखम थानो जिन रखिया, बिखम थानो जिन रखिया, तिस तिल ना विसार। उन्होंने कहंदे एक पल भी कहंदे एक तिल जितना मात्र भी समा कहंदे अपने तो दूर ना कर। महाराज फरमाउंदे हन, सिमर मना तू साचा सोए। उस परिपूर्ण परमात्मा जिहड़ा सच्चा है, जिहड़ा हमेशा ही रहन वाला है, जिहड़ा सजीव है, ਉਹਦਾ ਕਹਿੰਦੇ सिमरन कर, ਉਹਦੀ याद ਦੇ ਵਿੱਚ जुड़। ਤੇ गुरु तेग बहादुर जी महाराज कहते, चेतना है तू चेत लै, निस दिन मैं प्राणी। ਉਹਨੂੰ याद कर कहते, क्यों जी शिन शिन औद बिहात है, तेरी उम्र कहते घटती जा रही है कहते। ਤੇ मैं बेनती करता हुना गुरु अर्जुन देव जी महाराज, ਅਸੀਂ ਉਹਨਾਂ ਦਾ हर रोज बचन पढ़ते हैं सोहला साहब की बाणी ਦੇ ਵਿੱਚ। ਜਦੋਂ ਸਾਡਾ ਪੁੱਤਰ ਗਲਤੀ ਕਰੇ ਤੇ ਅਸੀਂ ਉਹਨੂੰ ਪਿਆਰ ਨਾਲ ਇੱਕ ਵਾਰੀ ਸਮਝਾਉਂਦੇ ਆ ਕਿ ਪੁੱਤਰ ਦੁਬਾਰਾ ਇਹ ਗਲਤੀ ਨਹੀਂ ਕਰਨੀ। ਜਦੋਂ ਦੁਬਾਰਾ ਗਲਤੀ ਕਰੇ ਫਿਰ ਅਸੀਂ ਉਹਨੂੰ ਝਿੜਕਦੇ ਹਾਂ ਕਿ ਦੇਖ ਤੂੰ ਦੁਬਾਰਾ ਗਲਤੀ ਕੀਤੀ ਹੈ, ਹੁਣ ਦੁਬਾਰਾ ਗਲਤੀ ਨਹੀਂ ਕਰਨੀ। ਉਹਨੂੰ ਥੋੜਾ ਅਸੀਂ ਗੁੱਸੇ ਹੁੰਨੇ ਆ। लेकिन जो तीजी बार ना मन्ने तो फिर असी इनू कमरा बंद करके अंदर लै जाने। कहते आ तेरे अगे हथ जोड़े, तू मेरी पग का ख्याल कर पुत्र, ये गलती ना कर। गुरु अर्जुन देव जी महाराज भी साडे अगे हथ जोड़ के कहते करूं बेनती, करूं बेनती। वो गुरु अर्जुन देव जी महाराज हथ जोड़ रहे हैं। तत्तियां तवियां ते बैठन वाला तुहाडे सामने हथ जोड़ रहा, सिख लुकाई दे सामने हथ जोड़िया। करो बेनती सुन हो मेरे मीता, संत टहल की बेला। इहां खाट चलो हर लाहा, इहां खाट चलो हर लाहा। आगे बसन सुहेला औद घटै, तेरी उम्र पुत्र घटदी पई है रोजाना। औद घटे मेरे मित्रा, तेरी उम्र घटदी पई है रोजाना। औद घटे दिन सरह नारे, मन गुरमिल काज सवारे। गुरु दे कोल आ, गुरु दे नाल आ, गुरु दे दर्शन कर। गुरु दे दर्शन करके ही तेनू कहंदे तेरे जिहड़े सारे कारज है ना वो कहंदे सवारे जाणगे। हुण जे बेनती करिए भी गुरु दे दर्शन तां रोज करदे हां, ये एक साडी किरिया है साध संगत जी।
ਇਹ ਕਿਰਿਆ ਉਹ ਕਿਰਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਤੇ ਬਖਸ਼ਿਸ਼ ਕਰਨ, ਉਹ ਸਾਡੀ ਅਵਸਥਾ ਬਣ ਜਾਵੇ ਕਿ ਅਸੀਂ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦੇ ਵਿੱਚ ਅਪੇਧ ਹੋ ਜਾਵੇ। ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ। तेरा लोक भी सवर जावेगा, तेरा परलोक भी सवर जावेगा। रहाओ, ये रहाओ दियां पंक्तियां सी। सिमर मना तू साचा सोए, हलत पलत तुमरी गत होए। रहाओ अगे महाराज फरमाउंदे हन, पुरख निरंजन सिरजनहार, वो परिपूर्ण परमात्मा जिहड़ा हर जगह ते कहंदे वसिया होया है। निरंजन जिहड़ा अंजन मैल तो काम क्रोध लोभ मोह हंकार इन्हां तो कहंदे दूर है, कहंदे उन्हां ते बिल्कुल इतों कहंदे निरंजन, इन्हां तो रहत है। पुरख निरंजन सिरजनहार, जिन्हें सारी सृष्टि नूं कहंदे साजिया होया है, जिन्हें सारी सृष्टि नूं साजिया होया। आपीने आप साजियो, आपीने रचियो नौ, दुई कुदरत साजिया कर आसन डिठो। दूई कुदरत साजी है, वो परमात्मा जिहड़ा है उन्हें अपने आप नूं रचिया होया, अपने तो बाद उन्हें नाम ते तीसरे काम ते आ संसार। पुरख निरंजन सिरजनहार ते करदा की है जी जंत देवै आधार। मैं कहना किसी विद्वान नूं पढ़ रहा सीगा, असी पढ़दे हैं ना पत्थरां दे विच भी वो कीड़ियां नूं दे रहा, सैल पत्थर में जंत उपाय। एक ना मक्खी है जी, ਉਹਦਾ नाम है जोनर मक्खी। ते ਉਹ जोनर मक्खी ਦੀ खुराक की है, ਜਦੋਂ जंगल ਦਾ शेर मांस ਖਾਂਦਾ ਨਾ ਰੱਜ ਕੇ, ਤੇ ਮਾंस ਖਾਣ ਤੋਂ ਬਾਅਦ ਉਹਦੀਆਂ ਜਿਹੜੇ ਦੰਦਾਂ ਦੇ ਵਿੱਚ ਮਾंस ਦੀਆਂ ਬਰੀਕ ਬਰੀਕ ਤੰਦਾਂ ਫਸ ਜਾਂਦੀਆਂ, ਉਹ ਉਹਦੀ खुराक है। ਉਸ ਤੋਂ ਇਲਾਵਾ ਉਹ ਕੁਝ ਨਹੀਂ ਖਾਂਦੀ। ਹੁਣ ਤੁਸੀਂ ਇਹ ਜਸਟ ਇਮੇजिन ਕਰੋ कि वो कदों मांस खावेगा ते कदों मांस खा के सोवेगा, मूंह खोल के सोवेगा, ते ओदियां दंदां दे विच जिहड़ी बरीक बरीक जिहड़ियां मांस दियां तंदां फसणगियां, वो मक्खी आवेगी और उन्हां तंदां तो अपना भोजन तैयार करेगी ते फिर अपनी भुख जिहड़ी मिटावेगी। महाराज ते उन्हां नूं भी जिहड़े भोजन है उन्हां नूं भी जिहड़ी खुराक दे रहे हैं। असीं पढ़दे हां, दीनन की प्रतिपाल करे नित संत उबार गनीमन गारे, पच पशु नग नाग नरातिब सर्व समय सबको प्रतिपारे। पोखत है जल में थल में पल में कल के नहीं, करम विचारे दीन दयाल दयानिध। वो किन्ना है दीन दयाल दयानिध, दुख न देखत है पर देत ना हारे। वो कहंदे साडे माड़े कर्म भी कर रहा लेकिन फिर भी सानू खाण लई दे रहा। देंदा दे लैंदे थक पाए, जुगा जुगंतर खाही खाए। जी जंत देवै आहार, आहार वो सारियां नूं कहंदे भोजन दे रहा। जी जंत देवै आहार, कोट खते खिन बख्शनहार। और साडे करोड़ां कीते जिहड़े पाप ना वो एक सकिंट दे विच, एक पल दे विच वो कहंदे बख्शनहार है। निर्गुण रख लिया संतन का सदका, सतगुरु ढाक दिया मोहे पापी पड़ता। वो बेशुमार है, वो बेअंत है, वो महान है। वो साडे कीते होए पापां दे उपर पर्दा पा दिंदा है। इंसान कीते होए पापां नूं नशर करदा है, लेकिन वाहिगुरू इस तरह महान है, वो कीते होए पापां नूं ढक दिंदा है। जेकर कोई आके मन लवे कि अगे तो मैं गलती नहीं करांगा, फिर महाराज कहंदे अगां कू धरांग पिछा फेरना मोडड़ा। जो तू पिछे कहंदे कर गया हुण अगे नूं चल। नानक सिज अवेहा वार, बहुर ना होवी जन्मड़ा। महाराज कहते जी जंत देवै आहार, कोट खतै खिर बख्शनहार। असी रोजाना कहते पाप करते हैं, असी खत्ते बहुत कमावदे, अंत न पारा वार। अंत न पारा हर कृपा करके बख्श लिहो। हम पापी वड गुनहगार। असी ते कहते वड्डे वड्डे कहते पाप कीते है, पर हुण असी तेरी शरण विच आए ते रोजाना असी बचन पढ़ते हैं। हम अवगुण भरे एक गुण नाही, अमृत छाड़ बिखै बिख खाही। माया मोह भरम पै भूले, सुतदार रास्यों प्रीत लगाई। एक उत्तम पंथ सुनियो गुर संगत, तह मिलंत जमत्रास मिटाई।
ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ। ਕਹਿੰਦੇ ਪਟ ਸਾਹਿਬਾਨ ਕਹਿੰਦੇ ਇੱਕ ਮੇਰੀ ਅਰਦਾਸ ਹੈ, ਗੁਰੂ ਰਾਮਦਾਸ ਰਾਖੋ ਸਰਨਾਈ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਤੇ ਮੈਂ ਬੇਨਤੀ ਕਰਦਾ, ਜਦੋਂ ਮੱਥਾ ਟੇਕੀਏ ਨਾ, ਅਸੀਂ ਕਮ ਸੇ ਕਮ ਇੰਨਾ ਮੰਨੀਏ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਇਹ ਅਸੀਂ ਅਰਦਾਸ ਕਰੀਏ ਖੜੇ ਹੋ ਕੇ, ਜਦੋਂ ਮੱਥਾ ਟੇਕਣ ਲੱਗੀਏ ਫਿਰ ਮੰਨੀਏ ਅਸੀਂ, ਕਹੋ ਨਾਨਕ ਹਮ ਨੀਚ ਕਰਮਾ। ਤੇ ਜਦੋਂ ਮੱਥਾ ਟੇਕ ਲਿਆ ਨਾਲ ਹੀ ਮੂੰਹ ਚੋਂ ਨਿਕਲੇ ਸ਼ਰਨ ਪਰੇ ਕੀ, ਸ਼ਰਨ ਪਰੇ ਕੀ ਰਾਖੋ ਸਰਮਾ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। हे ਪਰਿਪੂਰਨ ਪਰਮਾਤਮਾ, ਤੂੰ ਮੈਨੂੰ ਰੱਖ ਲੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕੋਟ ਖਤੇ ਖਿਨ ਬਖਸ਼ਣਹਾਰ। ਉਹ ਪਰਿਪੂਰਨ ਪਰਮਾਤਮਾ ਸਾਡੇ ਕਰੋੜਾਂ ਕੀਤੇ ਪਾਪ ਜਿਹੜੇ ਆ ਨਾ, ਉਹ ਕਹਿੰਦੇ ਬਖਸ਼ ਦਿੰਦਾ ਹੈ। ਭਗਤ ਭਾਏ ਸਦਾ, ਬਹੁਤ ਇਸ ਪੰਕਤੀ ਵਿੱਚ ਨਾ ਗਹਿਰਾਈ ਹੈ। ਕਹਿੰਦੇ ਤੂੰ ਭਗਤੀ ਕਰ, ਲੇਕਿਨ ਭਗਤੀ ਕਿੱਦਾਂ ਕਰ? ਪ੍ਰੇਮ ਦੇ ਵਿੱਚ ਆ ਕਰਕੇ ਕਰ। ਭਗਤ ਭਾਏ, ਭਾਏ ਦਾ ਅਖਰੀ ਅਰਥ ਹੈ ਪ੍ਰੇਮ। ਜਦੋਂ ਤੇਰੀ ਬੰਦਗੀ ਕਹਿੰਦੇ ਪ੍ਰੇਮ ਦੇ ਵਿੱਚ ਹੋਵੇਗੀ, ਜਦੋਂ ਤੇਰਾ ਸਿਮਰਨ ਜਿਹੜਾ ਉਹ ਪ੍ਰੇਮ ਦੇ ਵਿੱਚ ਹੋਵੇਗਾ, ਜਦੋਂ ਤੂੰ ਚੌਂਕੜਾ ਮਾਰ ਕੇ ਪਰਮਾਤਮਾ ਦੀ ਉਹਨਾਂ ਦੀ ਜਿਹੜੀ ਮਰਿਆਦਾ ਦੇ ਵਿੱਚ ਬੈਠੇਗਾ, ਉਹਦੇ ਹੁਕਮ ਦੇ ਵਿੱਚ ਬੈਠੇਗਾ ਨਾ, ਉਸ ਸਮੇਂ ਤੇਰਾ ਇਸ ਸੰਸਾਰ ਤੋਂ ਕਹਿੰਦੇ ਨਿਸਤਾਰਾ ਹੋਏਗਾ। ਇਹ ਨਾ ਹੋਵੇ ਬੱਦਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਜੇ ਕਹੀਏ ਕਿ ਮੈਂ ਅੰਮ੍ਰਿਤ ਵੇਲਾ ਸਾਂਭਣਾ ਵੀ ਹੈ, ਲੋਕ ਦਿਖਾਵਾ ਵੀ ਕਰਨਾ, ਨਹੀਂ। ਕਹਿੰਦੇ ਭਗਤ ਭਾਏ ਸਦਾ ਨਿਸਤਾਰ। ਜਦੋਂ ਤੂੰ ਕਹਿੰਦੇ ਚੌਂਕੜਾ ਮਾਰੇਗਾ, ਭਗਤੀ ਕਰੇਗਾ, ਉਹਦੇ ਪ੍ਰੇਮ ਦੇ ਵਿੱਚ ਆ ਕਰਕੇ, ਵਜਦ ਦੇ ਵਿੱਚ ਆ ਕਰਕੇ ਚੌਂਕੜਾ ਮਾਰੇਗਾ, ਉਸ ਸਮੇਂ ਤੇਰਾ ਕਹਿੰਦੇ ਨਿਸਤਾਰਾ ਹੋਵੇਗਾ। ਨਹੀਂ ਤੇ ਕਹਿੰਦੇ ਕਰਮ ਕਾਂਡ ਤੇ ਦੁਨੀਆ ਕਰੀ ਜਾ ਰਹੀ ਹੈ। ਕਹਿੰਦੇ ਕਰਮ ਕਾਂਡ ਤੇ ਦੁਨੀਆ ਕਰੀ ਜਾ ਰਹੀ ਹੈ, ਦਿਖਾਵਾ ਤੇ ਦੁਨੀਆ ਕਰੀ ਜਾ ਰਹੀ ਹੈ। ਮਹਾਰਾਜ ਕਹਿੰਦੇ ਬੰਦਗੀ ਕਰ, ਭਗਤੀ ਕਰ, ਲੇਕਿਨ ਉਹਦੇ ਪ੍ਰੇਮ ਦੇ ਵਿੱਚ ਆ ਕਰਕੇ ਕਰ। ਭਗਤ ਪਾਏ ਸਦਾ ਨਿਸਤਾਰ, ਸਾਚਾ ਧਨ ਸਾਚੀ ਵਡਿਆਈ। ਫਿਰ ਤੈਨੂੰ ਕਹਿੰਦੇ ਉਹ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ, ਉਹ ਜਿਹੜਾ ਧਨ ਹੈ, ਉਹਦੀ ਤੈਨੂੰ ਪ੍ਰਾਪਤੀ ਹੋਵੇਗੀ। ਸਾਚੀ ਵਡਿਆਈ, ਉਹਦੀ ਤੂੰ ਕਹਿੰਦੇ ਵਡਿਆਈ ਦੇ ਵਿੱਚ ਜੁੜੇਗਾ। ਗੁਰ ਪੂਰੇ ਤੇ ਨਿਹਚਲ ਮਤ ਪਾਈ। ਫਿਰ ਕਹਿੰਦੇ ਜਦੋਂ ਤੈਨੂੰ ਪੂਰਾ ਗੁਰੂ ਮਿਲੇਗਾ, ਫਿਰ ਜਿਹੜੀ ਤੇਰੀ ਮੱਤ ਨਾ ਉਹ ਡੱਕੇ ਡੋਲੇ ਨਹੀਂ ਕਹਿੰਦੇ ਖਾਵੇਗੀ। ਗੁਰ ਪੂਰੇ ਤੇ ਨਿਹਚਲ ਮਤ ਪਾਈ, ਕਰ ਕਿਰਪਾ ਜਿਸ ਰਾਖਨ ਹਾਰਾ। ਮੇਰੇ ਤੇ ਕਹਿੰਦੇ ਬਖਸ਼ਿਸ਼ ਕਰ ਜਿਸ ਰਾਖਨ ਹਾਰਾ, ਤਾਕਾ ਸਗਲ ਮਿਟੈ ਅੰਧਿਆਰਾ। ਫਿਰ ਕਹਿੰਦੇ ਸਾਰੇ ਜਿਹੜੇ ਹਨੇਰੇ ਆ ਉਹ ਜ਼ਿੰਦਗੀ ਚੋਂ ਕਹਿੰਦੇ ਖਤਮ ਹੋ ਜਾਣਗੇ। ਪਾਰ ਬ੍ਰਹਮ ਸਿਓ ਲਾਗੇ ਧਿਆਨ, ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਲਾ। ਪਾਰ ਬ੍ਰਹਮ ਸਿਓ ਲਾਗੋ ਧਿਆਨ, ਪੂਰਨ ਪੂਰ ਰਹਿਓ ਨਿਰਵਾਨ। ਪੂਰਨ ਪੂਰ ਰਹਿਓ ਨਿਰਵਾਨ, ਭਰਮ ਪਉ ਮੇਟ ਮਿਲੇ ਗੋਪਾਲ। ਆ ਜੀ ਆਖਰੀ ਪੰਕਤੀ ਜੀ, ਰਿਜ਼ਲਟ ਹੈ ਸ਼ਬਦ ਦਾ। ਕਹਿੰਦੇ ਤੇਰੇ ਅੰਦਰ ਜਦੋਂ ਭਰਮ ਖਤਮ ਹੋ ਜਾਣਗੇ, ਤੂੰ ਮਨ ਵਿੱਚ ਸੋਚ ਕੇ ਬੈਠਾ ਮੈਂ ਆਹ ਕੰਮ ਕਰਾਂ ਪਰਮਾਤਮਾ ਮਿਲੇਗਾ, ਮੈਂ ਜੰਗਲਾਂ ਵਿੱਚ ਜਾਵਾਂ ਪਰਮਾਤਮਾ ਮਿਲੇਗਾ। ਮਹਾਰਾਜ ਕਹਿੰਦੇ ਇਹ ਤੇਰੇ ਅੰਦਰ ਇੱਕ ਭੁਲੇਖਾ ਪਿਆ ਹੋਇਆ। ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਕਰਮ ਕਾਂਡਾਂ ਦੇ ਜਿਹੜੇ ਭਰਮ ਕਹਿੰਦੇ ਤੇਰੇ ਅੰਦਰ ਪਏ ਆ ਨਾ, ਕਹਿੰਦੇ ਉਹ ਜਦੋਂ ਮਿਟ ਜਾਣਗੇ, ਮਿਲੇ ਗੋਪਾਲ। ਫਿਰ ਤੈਨੂੰ ਉਹ ਗੋਪਾਲ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਪਰਿਪੂਰਨ ਪਰਮਾਤਮਾ, ਉਹਦੇ ਨਾਲ ਤੇਰਾ ਮਿਲਾਪ ਹੋ ਜਾਵੇਗਾ। ਨਾਨਕ ਕਉ ਗੁਰ ਭਏ ਦਇਆਲ। ਉਹ ਪਰਿਪੂਰਨ ਪਰਮਾਤਮਾ ਕਹਿੰਦੇ ਜਿਹੜਾ ਦਇਆਲ ਹੈ ਨਾ, ਉਹ ਤੇਰੇ ਸੀਨੇ ਦੇ ਵਿੱਚ ਆ ਕਰਕੇ ਵਸ ਜਾਵੇਗਾ। ਉਹ ਤੇਰੇ ਤੇ ਬਖਸ਼ਿਸ਼ ਕਹਿੰਦੇ ਕਰ ਦੇਵੇਗਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਤਿਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਤਿਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਆਈਆਂ ਹੋਈਆਂ ਸੰਗਤਾਂ ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦਾ ਕੋਟ ਕੋਟ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।